ਵੈਸੇ ਤਾਂ ਜਿਹੜੀ ਚੀਜ਼ ਇੱਕ ਵਾਰੀ ਮਾਰਕੀਟ 'ਚ ਪਹਿਲੀ ਵਾਰੀ ਆਉਂਦੀ ਆ ਤਾਂ ਫੇਰ ਹੀ ਉਹ ਲੋਕ ਸੁਣਦੇ ਆ। ਲੋਕ ਤਾਂ ਚੀਜ਼ ਬਣਾਉਂਦੇ ਨਹੀਂ ਨਾ, ਪਹਿਲਾਂ ਤਾਂ ਗਾਣਾ ਬਣਦਾ ਹੈ, ਉਸ ਤੋਂ ਬਾਅਦ ਫਿਰ ਉਹ ਲੋਕਾਂ 'ਚ ਆਉਂਦਾ। ਫਿਰ ਜੇ ਉਹ ਲੋਕ ਉਹਨੂੰ ਇੱਕਦਮ ਹਿੱਟ ਕਰ ਦਿੰਦੇ, ਮੰਨ ਲਓ ਕੋਈ ਗਲਤ ਗੀਤ ਵੀ ਆ ਗਿਆ, ਮਾੜਾ ਵੀ ਆ ਗਿਆ, ਫਿਰ ਉਹਨੂੰ ਵੇਖ ਜਿਹੜੇ ਮਗਰਲੇ ਕਲਾਕਾਰ ਹੁੰਦੇ ਜਾਂ ਹੋਰ ਅਗਲੇ, ਅੱਜ ਕੱਲ੍ਹ ਤਾਂ ਇਹੀ ਹੁੰਦਾ ਨਾ ਕਿ ਮੇਰਾ ਗੀਤ ਹਿੱਟ ਹੋਵੇ, ਮੈਨੂੰ ਫੇਮ ਮਿਲੇ, ਚਾਹੇ ਕਿਸੇ ਤਰ੍ਹਾਂ ਦਾ ਗੀਤ ਵੀ ਚੱਲ ਜੇ। ਜਦੋਂ ਮਾਰਕੀਟ ਨੂੰ ਵੇਖ ਕੇ ਲਿਖੋਗੇ ਤਾਂ ਫਿਰ ਤੁਸੀਂ ਚੰਗਾ ਨਹੀਂ ਲਿਖ ਸਕੋਗੇ। ਜੋ ਤੁਸੀਂ ਸਮਾਜ ਨੂੰ ਤੇ ਆਪਣੇ ਅੰਦਰ ਝਾਤ ਮਾਰ ਕੇ ਲਿਖੋਗੇ, ਉਦੋਂ ਦੋਨਾਂ ਚੀਜ਼ਾਂ ਦਾ ਰਲੇਵਾਂ ਕਰਕੇ ਉਹਦਾ ਕਮਰਸ਼ੀਅਲ ਪੱਖ ਵੀ ਦਿਮਾਗ 'ਚ ਰੱਖ ਕੇ ਫਿਰ ਇੱਕ ਚੰਗੀ ਚੀਜ਼ ਉਪਜਦੀ ਹੈ। ਕਹਿਣਾ ਨਹੀਂ ਚਾਹੀਦਾ, ਲਫ਼ਜ਼ ਭਰੇ ਜਾਂਦੇ ਨੇ, ਟੋਟਾ ਪੁਰਜਾ, ਫਲਾਨੇ ਨਾਲ ਤੁਰੀ ਜਾਂਦੀ, ਤੂੰ ਨਿਕਲ ਗਈ ਹਨਾ, ਤੇਰਾ ਟੈਂਟ ਪਾੜ ਦੂੰ, ਤੇਰੀ ਚਾਦਰ ਪਾੜ, ਤੇਰੇ ਇਦਾਂ ਦੀਆਂ ਹਨਾ ਜਿਹੜੀਆਂ ਗੱਲਾਂ। ਕਿਵੇਂ ਯਾਰ ਲੋਕ, ਮੈਂ ਵੈਸੇ ਤੁਹਾਨੂੰ ਪਰਸਨਲੀ ਪੁੱਛ ਰਿਹਾ ਵੀ ਯਾਰ ਅੱਖਾਂ ਦੇ ਸਾਹਮਣੇ ਆਪਦੀ ਧੀ ਭੈਣ ਨਹੀਂ ਆਉਂਦੀ, ਮਾਂ ਨਹੀਂ ਆਉਂਦੀ ਲਿਖਣ ਲੱਗੇ। ਟੈਕਨੀਕਲ ਪੜ੍ਹਾਈਆਂ ਸ਼ੁਰੂ ਹੋ ਗਈਆਂ ਹੁਣ। ਪੰਜਾਬੀ ਲਿਟਰੇਚਰ ਨਾਲ BA ਕੋਈ ਜਣਾ ਕਰਦਾ ਤੁਸੀਂ ਨਹੀਂ ਵੇਖਿਆ ਹੋਊਗਾ। ਜਦੋਂ ਪੰਜਾਬੀ ਕਿਤਾਬਾਂ ਹੀ ਨਹੀਂ ਪੜ੍ਹੀਆਂ, ਕਿਉਂਕਿ ਕਿਤਾਬਾਂ ਦੇ ਵਿੱਚ ਅਸੀਂ ਉਹ ਸਟੋਰੀਆਂ, ਆਪਦਾ ਕਲਚਰ, ਆਪਣੇ ਪੁਰਾਣੇ ਨਾਵਲਸ ਜਾਂ ਜਿਹੜੀਆਂ ਸਟੋਰੀਆਂ, ਸਾਡਾ ਕੀ ਪੁਰਾਤਨ ਸਾਡਾ ਸੀ ਇਤਿਹਾਸ ਕੀ ਸੀਗਾ, ਉਹ ਅਸੀਂ ਜਦੋਂ ਪੜ੍ਹਿਆ ਹੋਊਗਾ ਤਾਂ ਫਿਰ ਸਾਡੇ ਅੰਦਰ ਹੀ ਉਦਾਂ ਦਾ ਸੁਣਨ ਦੀ ਕੋਈ ਚਿਣਗ ਲੱਗੂਗੀ ਨਾ। ਸੋ ਜਿੰਨੀ ਦੇਰ ਪੰਜਾਬੀ ਭਾਸ਼ਾ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਦੀ, ਉਹਦੇ ਤੋਂ ਅਰਨਿੰਗ ਨਹੀਂ ਆਉਂਦੀ। ਪੰਜਾਬੀ ਪੜ੍ਹਨਾ ਜਦੋਂ ਅਰਨਿੰਗ ਆਉਣ ਲੱਗੀ, ਉਦੋਂ ਪੰਜਾਬੀ ਪ੍ਰਫੁੱਲਤ ਹੋਊਗੀ, ਉਦੋਂ ਸਾਡਾ ਲਿਟਰੇਚਰ ਪੜ੍ਹਿਆ ਜਾਊਗਾ, ਉਦੋਂ ਸਾਡੇ ਗੀਤ ਬਦਲਣਗੇ। ਜਿਹੜੀ ਪੰਜਾਬੀ ਸੀ ਉਹ ਰੁਜ਼ਗਾਰ ਦੀ ਭਾਸ਼ਾ ਬਣਨੀ ਚਾਹੀਦੀ ਸੀ। ਫਿਰ ਗੱਲ ਉੱਥੇ ਆ ਗਈ ਸਰਕਾਰਾਂ ਤੇ, ਇਹਨੂੰ ਰੁਜ਼ਗਾਰ ਦੀ ਭਾਸ਼ਾ ਨਹੀਂ ਬਣ। ਅੱਜ ਕੋਈ ਪੰਜਾਬੀ ਦੀ MA ਬੰਦਾ ਕਰੇ, ਉਹਨੂੰ ਕੱਲ ਨੂੰ ਇਹ ਹੋਵੇ ਕਿ ਮੈਨੂੰ 50,000 ਰੁਪਇਆ, 60,000 ਰੁਪਇਆ, 70,000 ਰੁਪਇਆ ਮਹੀਨੇ ਪੰਜਾਬੀ ਦੀ MA ਕਰਨ ਤੋਂ ਪਿੱਛੋਂ ਨੌਕਰੀ ਮਿਲੂਗੀ। ਇੱਥੇ ਪੰਜਾਬੀ ਦੀ MA ਕਰਨ ਵਾਲਿਆਂ ਦੀਆਂ ਲਾਈਨਾਂ ਲੱਗ ਜਾਣ। ਹੁਣ ਵਿਆਹਾਂ ਦਾ ਪ੍ਰੋਗਰਾਮ ਸੀਜ਼ਨ ਜਿਹੜਾ ਲੰਘ ਕੇ ਹਟਿਆ, ਅਸੀਂ ਪ੍ਰੋਗਰਾਮ ਲਾਏ ਜਿਹੜੇ ਅੱਜ ਆਪਾਂ ਉੱਥੇ ਰੈਲੀ ਦੇ ਵਿੱਚ ਗੀਤ ਲਾਏ ਆ। ਹੁਣ ਜਦੋਂ ਮੁੜੇ ਬਸ ਜਿੱਤ ਕੇ ਮੁੜਾਂਗੇ, ਜਦੋਂ ਕਰੇਂਗੀ ਖਰਾਬ ਦਿਲੀਏ, ਤੇਰੀ ਹਿੱਕ ਉੱਤੇ ਨੱਚੂਗਾ ਪੰਜਾਬ ਦਿਲੀਏ। ਇਹ ਸਾਰੇ ਗੀਤ ਸਪੈਸ਼ਲ ਫਰਮਾਇਸ਼ ਤੇ, ਮਤਲਬ ਨਾਨਕਾ ਮੇਲ ਵੀ ਕਈ ਜਾਂ ਦਾਦਕਾ ਮੇਲ ਆ ਕੇ ਵਿਆਹ 'ਚ ਕਹਿ ਦਿੰਦਾ ਜੀ ਉਹ ਦਿੱਲੀ ਵਾਲਾ ਗਾਣਾ ਲਾਇਓ, ਅਸੀਂ ਨੱਚਣਾ। ਜਿਵੇਂ ਸ਼ਰਾਬ ਦੀਆਂ ਬੋਤਲਾਂ ਤੇ ਕਿਹਾ ਜਾਂਦਾ ਸੀਗਾ ਵੀ ਸ਼ਰਾਬ ਦੀ ਬੋਤਲ ਦਾ ਗਾਣਾ ਗਾ ਹਨਾ, ਹਥਿਆਰ ਚੁੱਕਣ ਦਾ ਗਾਣਾ ਗਾ, ਕਿਸੇ ਟਾਈਮ ਮੰਗ ਕੀਤੀ ਜਾਂਦੀ ਸੀ। ਕਿਵੇਂ ਮਹਿਸੂਸ ਕਰਦੇ ਹੋ ਜਦ ਹੇਠੋਂ ਆਵਾਜ਼ ਆਉਂਦੀ ਹੈ ਵੀ ਯਾਰ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਵੀ ਸੁਣਾ ਦੇ ਕੁਛ? ਕਈ ਵਾਰ ਇੱਕ ਚੋਰੀ ਦੀ ਗੱਲ ਵੀ ਆ ਜਾਂਦੀ ਹੈ ਵੀ ਗੀਤ ਨੇ ਜਿਹੜੇ ਉਹ ਚੋਰੀ ਕੀਤੇ ਜਾਂਦੇ ਨੇ, ਜਿਵੇਂ ਪਿੱਛੇ ਜੇ ਤੁਹਾਡੇ ਤੇ ਵੀ ਇਹ ਚੀਜ਼ ਆਇਆ ਚੋਰੀ ਦਾ, ਉਹ ਸਾਨੂੰ ਜ਼ਰੂਰ ਦੱਸੋ ਵੀ ਕੀ ਘਟਨਾ ਸੀ ਉਹ ਸਾਰੀ ਵਿਸਤਾਰ 'ਚ। ਸੁਰਖਾਬ TV ਦੇਖ ਰਹੇ ਹੋ, ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ। ਜੇ ਕਿਸਾਨੀ ਸੰਘਰਸ਼ ਦੀ ਗੱਲ ਕਰੀਏ ਤਾਂ ਕਿਸਾਨੀ ਸੰਘਰਸ਼ ਨੇ ਬਹੁਤ ਕੁਝ ਸਿਖਾਇਆ ਹੈ ਸਾਨੂੰ। ਵਿਛੜੇ ਹੋਏ ਭਰਾਵਾਂ ਦੀ ਜੇ ਗੱਲ ਕਰੀਏ, ਦੋ ਭਰਾ ਜੇ ਆਪਸ ਵਿੱਚ ਹੀ ਲੜਦੇ ਨੇ, ਇੱਥੋਂ ਤੱਕ ਕਿ ਕੇਸ ਵੀ ਚੱਲਦੇ ਨੇ, ਉਹ ਵੀ ਇਕੱਠੇ ਹੋ ਕੇ ਬੈਠ ਗਏ ਨੇ। ਇਸੇ ਤਰ੍ਹਾਂ ਜੇ ਗਾਇਕੀ ਦੀ ਗੱਲ ਕਰੀਏ ਤਾਂ ਲੱਚਰ ਗਾਇਕੀ ਤੋਂ ਗੀਤਕਾਰਾਂ ਅਤੇ ਗਾਇਕਾਂ ਨੇ ਪਿੱਛੇ ਹਟਦਿਆਂ ਹੋਇਆਂ ਇੱਕ ਚੰਗਾ, ਇੱਕ ਸੋਹਣਾ ਕਦਮ ਪੁੱਟਿਆ ਹੈ। ਗੁਰਵਿੰਦਰ ਬਰਾੜ ਜੀ ਸਾਡੇ ਨਾਲ ਨੇ, ਇਹਨਾਂ ਨੇ ਗੱਲਬਾਤ ਕਰਾਂਗੇ, ਜਿਹੜੇ ਪਹਿਲਾਂ ਵੀ ਵੈਸੇ ਸਾਫ਼ ਸੁਥਰੀ ਗਾਇਕੀ ਸਮਾਜ ਦੇ ਵਿੱਚ ਪਰੋਸਦੇ ਰਹੇ ਨੇ। ਗੱਲਬਾਤ ਕਰਦੇ ਹਾਂ। ਵੀਰ ਜੀ, ਕਿਵੇਂ ਲੱਗਦਾ ਹੈ ਤੁਹਾਨੂੰ ਗੀਤਕਾਰਾਂ ਤੇ ਗਾਇਕਾਂ ਦਾ ਜੇ ਆਪਾਂ ਰੋਲ ਦੇਖੀਏ ਕਿਸਾਨੀ ਸੰਘਰਸ਼ ਦੇ ਵਿੱਚ, ਤੁਸੀਂ ਕਿਵੇਂ ਦੇਖਦੇ ਹੋ? ਪਹਿਲਾਂ ਤਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਰਿਆਂ ਦਾ ਹੀ ਰੋਲ ਹੈ ਜੀ, ਔਰ ਜੇ ਗਾਇਕਾਂ ਦਾ ਆਪਾਂ ਮੰਨ ਕੇ ਚੱਲੀਏ ਤਾਂ ਇਹ ਯੋਗਦਾਨ ਪਾਉਣਾ ਬਣਦਾ ਹੀ ਸੀਗਾ, ਔਰ ਸਾਰੇ ਜਾਣੇ ਪਾ ਰਹੇ ਆ, ਚਾਹੇ ਉਹ ਗੀਤਾਂ ਰਾਹੀਂ ਹੋਵੇ, ਚਾਹੇ ਉਹ ਧਰਨਿਆਂ 'ਤੇ ਜਾਣ ਦਾ ਹੋਵੇ, ਕਿਉਂਕਿ ਸਭ ਤੋਂ ਪਹਿਲਾਂ ਤਾਂ ਕਿਸਾਨੀ ਹੈ। ਜੇ ਕਿਸਾਨੀ ਹੈ ਤਾਂ ਗਾਇਕੀ ਆ, ਅਖਾੜੇ ਫਿਰ ਲੱਗਣੇ ਆ, ਸਭ ਕੁਛ ਹੈ। ਬਾਕੀ ਆਪ ਵੀ ਕਿਰਤਾਂ 'ਚੋਂ ਹੀ ਉੱਠੇ ਹੋਏ ਆ, ਆਪ ਵੀ ਕਿਸਾਨ ਦੇ ਪੁੱਤਰ ਹੈ। ਸੋ ਉਸ ਚੀਜ਼ ਨੂੰ ਸਮਝਦੇ ਹਾਂ, ਉਸ ਦਾ ਦਰਦ ਸਮਝਦੇ ਹਾਂ। ਲੋਕ ਕੀ ਸੁਣਨਾ ਚਾਹੁੰਦੇ ਨੇ? ਲੋਕ ਗਲਤ ਸੁਣਨਾ ਚਾਹੁੰਦੇ ਨੇ ਤਾਂ ਗੀਤ ਗਲਤ ਪਰੋਸੇ ਜਾ ਰਹੇ ਨੇ, ਜਾਂ ਲੋਕ ਜਾਣ ਕੇ ਧੱਕੇ ਨਾਲ ਗੀਤ ਗਲਤ ਪਰੋਸੇ ਜਾ ਰਹੇ ਨੇ? ਤੁਹਾਡਾ ਕੀ ਨਜ਼ਰੀਆ ਇਸ ਚੀਜ਼ ਬਾਰੇ? ਵੈਸੇ ਤਾਂ ਜਿਹੜੀ ਚੀਜ਼ ਇੱਕ ਵਾਰੀ ਮਾਰਕੀਟ 'ਚ ਪਹਿਲੀ ਵਾਰੀ ਆਉਂਦੀ ਆ ਤਾਂ ਫਿਰ ਹੀ ਉਹ ਲੋਕ ਸੁਣਦੇ ਆ। ਲੋਕ ਤਾਂ ਚੀਜ਼ ਬਣਾਉਂਦੇ ਨਹੀਂ ਨਾ, ਪਹਿਲਾਂ ਤਾਂ ਗਾਣਾ ਬਣਦਾ ਹੈ, ਉਸ ਤੋਂ ਬਾਅਦ ਫਿਰ ਉਹ ਲੋਕਾਂ 'ਚ ਆਉਂਦਾ। ਫਿਰ ਜੇ ਉਹ ਲੋਕ ਉਹਨੂੰ ਇੱਕਦਮ ਹਿੱਟ ਕਰ ਦਿੰਦੇ, ਮੰਨ ਲਓ ਕੋਈ ਗਲਤ ਗੀਤ ਵੀ ਆ ਗਿਆ, ਮਾੜਾ ਵੀ ਆ ਗਿਆ, ਫਿਰ ਉਹਨੂੰ ਵੇਖ ਜਿਹੜੇ ਮਗਰਲੇ ਕਲਾਕਾਰ ਹੁੰਦੇ ਜਾਂ ਹੋਰ ਅਗਲੇ, ਅੱਜ ਕੱਲ੍ਹ ਤਾਂ ਇਹੀ ਹੁੰਦਾ ਨਾ ਕਿ ਮੇਰਾ ਗੀਤ ਹਿੱਟ ਹੋਵੇ, ਮੈਨੂੰ ਫੇਮ ਮਿਲੇ, ਚਾਹੇ ਕਿਸੇ ਤਰ੍ਹਾਂ ਦਾ ਗੀਤ ਵੀ ਚੱਲ ਜੇ। ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਦਿਓਰ ਤੇ ਭਾਬੀ ਦਾ ਜਿਹੜਾ ਰਿਸ਼ਤਾ ਸੀ ਉਹ ਕਿਸੇ ਟਾਈਮ ਮਾਂ ਦੇ ਬਰਾਬਰ ਸਮਝਿਆ ਜਾਂਦਾ ਸੀਗਾ। ਬਹੁਤ ਸਾਰੇ ਕਲੰਕਿਤ ਕਰਨ ਵਾਲੇ ਗੀਤ ਜਿਹੜੇ ਸਾਹਮਣੇ ਆਏ ਤੇ ਲੋਕਾਂ ਨੇ ਉਹ ਸੁਣਨੇ ਸ਼ੁਰੂ ਕਰ ਦਿੱਤੇ, ਉਦਾਂ ਦਾ ਸਮਾਜ ਦੇ ਵਿੱਚ ਮਾਹੌਲ ਬਣਨਾ ਸ਼ੁਰੂ। ਹਾਂਜੀ, ਉਦੋਂ ਦਿਓਰ ਭਾਬੀ ਵਾਲੇ ਜਦੋਂ ਡਿਊਟ ਚੱਲਦੇ ਸੀ, ਕਿਉਂਕਿ ਹੁਣ ਜ਼ਮਾਨਾ ਚੇਂਜ ਹੋ ਗਿਆ। ਹੁਣ ਤਾਂ ਆਉਣ ਵਾਲੀ ਪੀੜ੍ਹੀ ਦੇ ਵਿੱਚ ਤਾਂ ਦਿਓਰ ਭਾਬੀਆਂ ਜਾਂ ਕਿਉਂਕਿ ਰਿਸ਼ਤੇ ਖਤਮ ਹੋ ਗਏ, ਕਿਉਂਕਿ ਲੋਕਾਂ ਦੇ ਬੱਚੇ ਇੱਕ ਹੈ। ਅਤੇ ਜਿਹੜੇ ਪਹਿਲਾਂ ਦੌਰ ਸੀ ਉਹਦੇ ਵਿੱਚ ਉਹ ਰਿਸ਼ਤੇ ਵੀ ਕਲੰਕਿਤ ਹੋਏ ਨੇ। ਮੇਰਾ ਇੱਕ ਗੀਤ ਹੈ ਜੀ ਗਰੀਬੀ, ਮੈਂ ਤਾਂ ਜ਼ਿਕਰ ਕਰਦਾ, ਉਹਦੇ ਵਿੱਚ ਇੱਕ ਲਾਈਨ ਹੈ ਕਿ ਛੋਟੀਆਂ ਭਾਬੀਆਂ ਧੀਆਂ ਭੈਣਾਂ ਅਤੇ ਵੱਡੀਆਂ ਭਾਬੀਆਂ ਮਾਵਾਂ। ਹਾਂਜੀ, ਉਹਦੀ ਇਹ ਲਾਈਨ ਹੈ ਕਿ ਸਾਡਾ ਜਿਹੜੀ ਸਾਡੀ ਸੁਸਾਇਟੀ ਹੈ ਜਾਂ ਸਾਡਾ ਸੱਭਿਆਚਾਰ ਹੈ ਜਾਂ ਸਾਡੀਆਂ ਵੈਲਿਊਜ਼ ਨੇ,
ਉਹਦੇ ਵਿੱਚ ਅਸੀਂ ਛੋਟੀਆਂ ਭਾਬੀਆਂ ਤਾਂ ਸਾਡੀਆਂ ਧੀਆਂ ਭੈਣਾਂ ਵਰਗੀਆਂ ਨੇ, ਔਰ ਵੱਡੀਆਂ ਭਾਬੀਆਂ ਦੇ ਅਸੀਂ ਪੈਰੀਂ ਹੱਥ ਲਾ ਕੇ ਮਿਲਦੇ ਹਾਂ, ਸਾਨੂੰ ਮਾਵਾਂ ਸਮਾਨ ਨੇ। ਜਿਵੇਂ ਆਪਾਂ ਇੰਜ ਕਹਿ ਸਕਦੇ ਹਾਂ ਵੀ ਜਿੱਦਾਂ ਦਾ ਪਰੋਸਿਆ ਜਾਂਦਾ ਹੈ ਉਦਾਂ ਹੀ ਅਗਲਾ ਖਾਂਦਾ ਹੈ। ਉੱਦਾਂ ਸੁਣਦੇ ਨੇ ਲੋਕ, ਪਤਾ ਨਹੀਂ ਅਸੀਂ ਤਾਂ ਦੇਖੋ, ਮੈਂ ਤਾਂ ਆਪ ਕਮਰਸ਼ੀਅਲ ਗਾਣੇ ਵੀ ਗਾਏ ਨੇ, ਐਸੀ ਗੱਲ ਨਹੀਂ, ਪਰ ਅਸੀਂ ਵੀ, ਸਾਡੇ ਵੀ ਪ੍ਰੋਗਰਾਮ ਵਧੀਆ ਲੱਗਦੇ ਆ, ਸੁਣਦੇ ਹੀ ਲੋਕ। ਹੁੰਗਾਰਾ ਵਧੀਆ ਮਿਲਦਾ ਜੇ ਆਪਾਂ ਕਹੀਏ, ਕਿਉਂਕਿ ਕਿਹਾ ਜਾਂਦਾ ਜੇ ਚੰਗੇ ਗੀਤ ਗਾਓ। ਜੇ ਆਪਾਂ ਪਾਲੀ ਦੇਤਵਾਲੀ ਦੀ ਗੱਲ ਕਰਦੇ ਹਾਂ ਤਾਂ ਪਾਲੀ ਦੇਤਵਾਲੀ ਨੇ ਖੁਦ ਸਾਨੂੰ ਕਿਹਾ ਵੀ ਜ਼ਿਆਦਾ ਵਿਊ ਨਹੀਂ ਆਉਂਦੇ, ਕਿਉਂਕਿ ਇਦਾਂ ਦੇ ਗੀਤ ਲੋਕ ਸੁਣਨਾ ਹੀ ਨਹੀਂ ਚਾਹੁੰਦੇ ਮਾਮਾ ਭੈਣਾਂ ਦੇ। ਹਾਂਜੀ, ਉਹ ਤਾਂ ਹੈ। ਨਹੀਂ, ਪਿਆਰ ਮੁਹੱਬਤ ਦੇ ਗੀਤ ਵੀ ਹੁੰਦੇ ਨੇ, ਉਹਦੇ ਵਿੱਚ ਵੀ ਸਾਫ਼ ਸੁਥਰੇ ਗੀਤ ਹੋ ਸਕਦੇ ਨੇ। ਦੇਖੋ, ਗਾਇਕੀ ਦੇ ਵਿੱਚ ਗਾਇਕੀ ਇੱਕ ਐਂਟਰਟੇਨਮੈਂਟ ਵਾਸਤੇ ਹੁੰਦੀ ਹੈ। ਅਸੀਂ ਜਦੋਂ ਬਹੁਤ ਜ਼ਿਆਦਾ ਉਹ ਹੁੰਦਾ, ਆਪਾਂ ਕਹਿੰਦੇ ਰਿਲੈਕਸ ਹੋਈਏ, ਥੋੜ੍ਹੇ ਕੁਝ ਸੁਣੀਏ, ਉਹਦੇ ਵਿੱਚ ਹੁਣ ਦੇ ਦੌਰ 'ਚ ਵੀ ਬਹੁਤ ਚੰਗਾ ਕੰਮ ਹੋ ਰਿਹਾ। ਸਰਤਾਜ ਹੋਰੀ ਬੜਾ ਸੋਹਣਾ ਕੰਮ ਕਰ ਰਹੇ ਆ। ਅਮਰਿੰਦਰ ਗਿੱਲ ਨੇ, ਮੈਨੂੰ ਨਹੀਂ ਲੱਗਦਾ ਕੋਈ ਮਾੜਾ ਗੀਤ ਗਾਇਆ ਹੋਊਗਾ, ਉਹਨਾਂ ਨੇ ਵੀ ਬੜੇ ਰੋਮਾਂਟਿਕ ਤੇ ਮੋਹ ਭਿੱਜੇ ਗੀਤ ਗਾਏ ਆ। ਹੋਰ ਹਰਭਜਨ ਬਾਈ ਜੀ ਨੇ, ਮਤਲਬ ਬਹੁਤ ਸਾਰੇ ਇੱਦਾਂ ਦੇ ਆਪਾਂ ਕਲਾਕਾਰ ਗਿਣਾ ਸਕਦੇ ਹਾਂ ਜਿਨ੍ਹਾਂ ਨੇ ਵਧੀਆ ਗੀਤ ਗਾਏ ਆ, ਅਤੇ ਸਟਾਰ ਵੀ ਬਹੁਤ ਵੱਡੇ ਨੇ ਉਹ। ਸਕੂਲ ਕਾਲਜ ਦੀ ਜੇ ਗੱਲ ਕਰੀਏ, ਗੁਰਦੁਆਰਿਆਂ ਦੀ ਗੱਲ ਕਰੀਏ, ਇਹ ਇੱਕ ਸਿੱਖਿਆ ਕੇਂਦਰ ਹੁੰਦੇ ਨੇ। ਬਹੁਤ ਲੰਮੇ ਸਮੇਂ ਤੋਂ ਇਹ ਚੀਜ਼ ਫਲਮਾਈ ਜਾ ਰਹੀ ਹੈ ਸਮਾਜ ਦੇ ਵਿੱਚ ਵੀ ਕਾਲਜ ਦੇ ਵਿੱਚ ਆਸ਼ਕ ਤੁਰੇ ਫਿਰਦੇ ਨੇ, ਮਸ਼ੂਕਾਂ ਤੁਰੀਆਂ ਫਿਰਦੀਆਂ ਨੇ, ਬੋਲਟ ਚੱਕ ਕੇ ਗੇੜੇ ਮਾਰੇ ਜਾ ਰਹੇ ਨੇ, ਹੈ ਨਾ, ਇੱਕ ਦੂਜੇ ਨੂੰ ਸੀਟੀਆਂ ਮਾਰ ਕੇ ਛੇੜਿਆ ਜਾ ਰਿਹਾ। ਠੀਕ ਇਸੇ ਤਰ੍ਹਾਂ ਹੋ ਰਿਹਾ ਸਾਰਾ ਕੁਝ ਗੁਰਦੁਆਰਿਆਂ 'ਚ ਵੀ ਆ ਗਿਆ। ਲੰਗਰ ਦੇ ਵਿੱਚ ਪਰਚੀਆਂ ਫੜਾਈਆਂ ਜਾ ਰਹੀਆਂ ਨੇ ਕੁੜੀ ਨੂੰ ਫ਼ੋਨ ਨੰਬਰ ਲਿਖ ਕੇ। ਓਹੋ, ਇਹ ਤਾਂ ਬਹੁਤ ਹੀ ਮਾੜੀ ਗੱਲ ਤੇ ਘਿਨਾਉਣੀ ਗੱਲ ਹੈ। ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਦੋਹਾਂ ਜਗ੍ਹਾ ਤੋਂ ਸਿੱਖਣਾ ਆਉਂਦਾ ਹੈ, ਤੁਹਾਨੂੰ ਲੱਗਦਾ ਵੀ ਕਿੱਦਾਂ ਦਾ ਸਮਾਜ ਬਣੇਗਾ ਆਉਣ ਵਾਲੇ ਸਮੇਂ 'ਚ? ਇਹ ਗੱਲ ਹੈ ਨਾ ਬਾਈ ਜੀ, ਵੀ ਕੁਝ ਜਗ੍ਹਾ ਇਹੋ ਜਿਹੀਆਂ ਹੁੰਦੀਆਂ ਜਿੱਥੇ ਸਾਡੇ ਮਨ 'ਚ ਮਾੜਾ ਵਿਚਾਰ ਆ ਹੀ ਨਹੀਂ ਸਕਦਾ। ਜੇ ਗੁਰੂ ਘਰ ਜਾਂਦੇ ਹਾਂ ਤਾਂ ਆਪਾਂ ਇਸੇ ਕਰਕੇ ਜਾਂਦੇ ਹਾਂ ਨਾ, ਕਿ ਉੱਥੋਂ ਦੀਆਂ ਜਿਹੜੀਆਂ ਵਾਈਬਸ ਇੰਨੀਆਂ ਸੋਹਣੀਆਂ ਹੁੰਦੀਆਂ। ਜਦੋਂ ਗੁਰੂ ਘਰ ਐਂਟਰੀ ਕਰਦੇ ਹਾਂ ਤਾਂ ਬੰਦਾ ਕਹਿੰਦਾ ਮੇਰੇ ਮਨ ਨੂੰ ਸ਼ਾਂਤੀ ਆ ਗਈ। ਉਹਦਾ ਕਾਰਨ ਕੀ ਹੈ? ਉੱਥੇ ਕੋਈ ਨੈਗੇਟਿਵ ਵਾਈਬ ਹੀ ਨਹੀਂ ਹੁੰਦੀ। ਉੱਥੇ ਜਿਹੜਾ ਬੰਦਾ ਵੀ ਜਾਂਦਾ, ਇੱਕ ਵਧੀਆ ਸੋਚ ਲੈ ਕੇ, ਇੱਕ ਸ਼ਰਧਾ ਲੈ ਕੇ ਜਾਂਦਾ, ਉੱਥੇ ਗੁਰਬਾਣੀ ਚੱਲਦੀ ਹੈ, ਤਾਂ ਹਰ ਵੇਲੇ ਉਹ ਜਿਹੜੀਆਂ ਤਰੰਗਾਂ, ਜੇ ਤੁਸੀਂ ਜਿਵੇਂ ਗੱਲ ਦੱਸੀ ਹੈ, ਤਾਂ ਇਹ ਤਾਂ ਬਹੁਤ ਜ਼ਿਆਦਾ ਗਿਰੀ ਹੋਈ ਗੱਲ ਹੈ ਜੀ। ਜੇ ਆਪਾਂ ਰਵਾਬ ਦੀ ਗੱਲ ਕਰਦੇ ਹਾਂ, ਰਵਾਬ ਤੇ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਵੀ ਵੱਜਦੀ ਸੀ, ਪਹਿਲਾਂ ਵੀ ਉਹਦੇ ਉੱਪਰ ਗੀਤ ਆਪਾਂ ਕਹਿ ਸਕਦੇ ਹਾਂ ਗਾਏ ਜਾ ਰਹੇ ਸੀ, ਪਰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਅੱਲਾ ਦੀ, ਖੁਦਾ ਦੀ ਇਬਾਦਤ ਕਰਨ ਦੀ ਜਿਹੜੀ ਗੱਲ ਆਖੀ ਸੀਗੀ, ਪਰ ਉਸ ਚੀਜ਼ ਨੂੰ ਹੋਰ ਹੀ ਰੰਗਤ ਦੇ ਦੇਣੀ ਅੱਜ ਦੇ ਸਮੇਂ ਦੇ ਵਿੱਚ। ਬਿਲਕੁਲ ਜੀ, ਸਾਰਾ ਸਮਾਜ ਖੈਰ ਇੱਕੋ ਜਿਹਾ ਨਹੀਂ ਹੁੰਦਾ ਗਾ। ਗੁਰੂ ਨਾਨਕ ਸਾਹਿਬ ਦੀ ਜਿਹੜੀ ਫਿਲਾਸਫੀ ਹੈ, ਜੇ ਕਿਤੇ ਅਸੀਂ ਉਹਨੂੰ ਆਪਣੀ ਜ਼ਿੰਦਗੀ 'ਚ ਅਪਣਾ ਲਈਏ ਤਾਂ ਫਿਰ ਤਾਂ ਗੱਲ ਹੀ ਬਣ ਜੇ ਨਾ। ਆਪਾਂ ਕਹਿੰਦੇ ਤਾਂ ਹੈ ਵੀ ਸਾਡਾ ਬਾਬਾ ਨਾਨਕ ਹੈ, ਪਰ ਆਪਾਂ ਜੇ ਉਹਦੇ ਤੱਕ ਨਹੀਂ ਪਹੁੰਚੇਗੇ, ਕਿਉਂਕਿ ਉਹ ਜਿਹੜੀਆਂ ਉਹਨਾਂ ਦੀ ਫਿਲਾਸਫੀ ਗੁਰੂ ਨਾਨਕ ਸਾਹਿਬ ਦੀ, ਚਾਹੇ ਉਹ ਖੇਤੀਬਾੜੀ ਦੇ ਵਿੱਚ ਹੋਵੇ, ਕਿਰਤ ਕਰਨ ਦੇ ਵਿੱਚ ਹੋਵੇ, ਮਤਲਬ ਉਹਨਾਂ ਦੀ ਉਹ ਸਿੱਖਿਆਵਾਂ ਅਸੀਂ ਆਪਦੇ ਜੀਵਨ 'ਚ ਅਜੇ ਤੱਕ ਢਾਲ ਨਹੀਂ ਸਕੇ। ਜਿਵੇਂ ਤੁਸੀਂ ਚੰਗੇ ਗੀਤ ਗਾਏ ਨੇ ਅੱਜ ਸਟੇਜਾਂ ਦੇ ਉੱਪਰ, ਕਿਉਂਕਿ ਕਿਸਾਨੀ ਸੰਘਰਸ਼ ਚੱਲ ਰਿਹਾ, ਚੰਗੇ ਗੀਤ ਗਾਏ ਜਾ ਰਹੇ ਨੇ, ਵਿਆਹਾਂ ਦੇ ਉੱਪਰ ਕਿਸਾਨੀ ਨਾਲ ਸੰਬੰਧਿਤ ਗੀਤ ਵੱਜਣੇ ਸ਼ੁਰੂ ਹੋ ਗਏ ਨੇ, ਹੈ ਨਾ। ਆਮ ਪਿੰਡਾਂ ਦੇ ਵਿੱਚ ਜਿਹੜੇ ਟਰੈਕਟਰ ਟਰਾਲੀਆਂ ਲੋਕ ਲਈ ਫਿਰਦੇ ਨੇ, ਉਹ ਕਿਸਾਨੀ ਦੇ ਨਾਲ ਸੰਬੰਧਿਤ ਗੀਤ ਚੱਲ ਰਹੇ ਨੇ, ਘਰਾਂ ਦੇ ਵਿੱਚ ਚੱਲ ਰਹੇ ਨੇ, ਬੱਸਾਂ ਦੀ ਜੇ ਗੱਲ ਕਰੀਏ, ਟਰੱਕਾਂ ਦੀ ਗੱਲ ਕਰੀਏ, ਹਰ ਜਗ੍ਹਾ ਤੇ ਇਹ ਗੀਤ ਚੱਲਦੇ ਨੇ। ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਜਿੱਤ ਕੇ ਵਾਪਸ ਆ ਜਾਵਾਂਗੇ ਤਾਂ ਇਹੀ ਜਿਹੜੇ ਗਾਇਕ ਨੇ ਤੇ ਇਹੀ ਗੀਤਕਾਰ ਨੇ, ਇਹ ਇਦਾਂ ਦੇ ਪਿਆਰ ਮੁਹੱਬਤ ਵਾਲੇ ਗੀਤ ਲਿਖਣੇ ਤੇ ਗਾਉਣੇ ਸ਼ੁਰੂ ਕਰਨਗੇ? ਬਿਲਕੁਲ ਜੀ, ਕਿਉਂ ਨਹੀਂ। ਇਹ ਜਿਹੜੇ ਅੰਦੋਲਨ ਹੁੰਦੇ ਬਹੁਤ ਸਾਰੀਆਂ ਚੀਜ਼ਾਂ ਬਦਲ ਦਿੰਦੇ ਨੇ। ਕੱਲਾ ਇਹਦੇ ਵਿੱਚ ਬਿੱਲ ਰੱਦ ਕਰਾਉਣ ਤੱਕ ਹੀ ਨਹੀਂ, ਹੁਣ ਲੋਕਾਂ ਦੇ ਦਿਲਾਂ 'ਚ, ਦਿਮਾਗਾਂ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਚੇਂਜ ਹੋਈਆਂ। ਅੱਜ ਛੋਟਾ ਬੱਚਾ ਜਿਹੜਾ ਬਿਲਕੁਲ ਹੀ ਛੋਟਾ ਬੱਚਾ ਹੈ, ਜਿਹਨੂੰ ਅਸੀਂ ਤੁਰਨਾ ਸਿਖਾਉਂਦੇ ਜਾਂ ਜਿਹਨੂੰ ਥੋੜ੍ਹਾ ਜਿਹਾ ਇਲਮ ਹੈਗਾ ਕਿਸੇ ਗੱਲ ਦਾ, ਉਹ ਵੀ ਕਹਿੰਦਾ ਮੈਨੂੰ ਝੰਡਾ ਲੈ ਕੇ ਦਿਓ, ਮੈਂ ਆਪਦੀ ਨਾ ਸਾਈਕਲ ਹੀ ਹੁੰਦੀ ਜਿਹੜੀ ਨਿੱਕੀ ਸਾਈਕਲ ਤੋਂ ਵੀ ਉਹਦੇ 'ਤੇ ਲਾਉਣਾ। ਉੱਥੋਂ ਲੈ ਕੇ ਅੱਜ ਗੱਡੀਆਂ, ਕਾਰਾਂ, ਟਰੈਕਟਰਾਂ 'ਤੇ ਕਿਰਸਾਨੀ ਦੇ ਝੰਡੇ, ਕਿਰਸਾਨੀ ਦੇ ਗੀਤ। ਅਸੀਂ ਹੁਣ ਵਿਆਹਾਂ ਦਾ ਪ੍ਰੋਗਰਾਮ ਸੀਜ਼ਨ ਜਿਹੜਾ ਲੰਘ ਕੇ ਹਟਿਆ, ਅਸੀਂ ਪ੍ਰੋਗਰਾਮ ਲਾਏ ਜਿਹੜੇ ਅੱਜ ਆਪਾਂ ਉੱਥੇ ਰੈਲੀ ਦੇ ਵਿੱਚ ਗੀਤ ਲਾਏ ਆ। ਹੁਣ ਜਦੋਂ ਮੁੜੇ ਬਸ ਜਿੱਤ ਕੇ ਮੁੜਾਂਗੇ, ਜਦੋਂ ਜਦੋਂ ਕਰੇਂਗੀ ਖਰਾਬ ਦੀ ਲਈ, ਤੇਰੀ ਹਿੱਕ ਉੱਤੇ ਨੱਚੂਗਾ ਪੰਜਾਬ ਦੀ ਲਈ। ਇਹ ਸਾਰੇ ਗੀਤ ਸਪੈਸ਼ਲ ਫਰਮਾਇਸ਼ 'ਤੇ, ਮਤਲਬ ਨਾਨਕਾ ਮੇਲ ਵੀ ਕਈ ਵਾਰੀ ਜਾਂ ਦਾਦਕਾ ਮੇਲ ਆ ਕੇ ਵਿਆਹ 'ਚ ਕਹਿ ਦਿੰਦਾ ਜੀ ਉਹ ਦਿੱਲੀ ਵਾਲਾ ਗਾਣਾ ਲਾਇਓ, ਅਸੀਂ ਨੱਚਣਾ। ਸੋ ਇਹ ਬਹੁਤ ਵੱਡੀ ਚੇਂਜ ਹੈ। ਜਿਵੇਂ ਸ਼ਰਾਬ ਦੀਆਂ ਬੋਤਲਾਂ ਤੇ ਕਿਹਾ ਜਾਂਦਾ ਸੀਗਾ ਵੀ ਸ਼ਰਾਬ ਦੀ ਬੋਤਲ ਦਾ ਗਾਣਾ ਗਾ, ਹੈ ਨਾ, ਹਥਿਆਰ ਚੁੱਕਣ ਦਾ ਗਾਣਾ ਗਾ, ਕਿਸੇ ਟਾਈਮ ਮੰਗ ਕੀਤੀ ਜਾਂਦੀ ਸੀ। ਕਿਵੇਂ ਮਹਿਸੂਸ ਕਰਦੇ ਹੋ ਜਦ ਹੇਠੋਂ ਆਵਾਜ਼ ਆਉਂਦੀ ਹੈ ਵੀ ਯਾਰ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਵੀ ਸੁਣਾ ਦੇ ਕੁਛ? ਬਹੁਤ ਚੰਗਾ ਲੱਗਦਾ, ਬਹੁਤ ਹੀ ਚੰਗਾ ਲੱਗਦਾ ਕਿ ਜਿਹੜੀ ਗੱਲ ਦਾ ਸੁਨੇਹਾ ਸਾਰਿਆਂ ਨੇ ਆਪਾਂ ਰਲ ਮਿਲ ਕੇ ਦਿੱਤਾ, ਤੁਸੀਂ ਮੀਡੀਆ ਨੇ ਜਾਂ ਸਿੰਗਰਸ ਨੇ ਜਾਂ ਜੋ ਵੀ ਕ੍ਰੀਏਟਿਵ ਬੰਦਾ ਉਹਨੇ, ਤਾਂ ਉਹ ਸੁਨੇਹਾ ਲੋਕਾਂ ਤੱਕ ਫਿਰ ਐਂ ਲੱਗਦਾ ਇਹ ਪਹੁੰਚਿਆ ਕਿਤੇ ਨਾ ਕਿਤੇ, ਵੀ ਲੋਕਾਂ ਦੇ ਦਿਲ 'ਚ ਵੀ ਇਹ ਗੱਲ ਹੈਗੀ ਕਿ ਯਾਰ ਕਿਸਾਨੀ ਵਾਲਾ ਗਾਣਾ ਸੁਣੀਏ ਅਸੀਂ, ਸਾਨੂੰ ਫਖਰ ਮਹਿਸੂਸ ਹੋਵੇ ਉਸ ਗੱਲ 'ਤੇ। ਇਹ ਬਹੁਤ ਚੰਗਾ ਲੱਗਦਾ। ਗੀਤਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਚੰਗਾ ਲਿਖੋ, ਕਿਉਂਕਿ ਗੀਤਕਾਰ ਵੀ ਕਈ ਵਾਰ ਇਹੋ ਜਿਹੀ ਘਰਾਉਣੀ ਹਰਕਤ ਕਰ ਜਾਂਦੇ ਨੇ ਕਿ ਮਜਬੂਰੀ ਬਣ ਜਾਂਦੀ ਹੈ ਗਾਇਕ ਦੀ ਵੀ ਗਾਉਣ ਦੇ ਲਈ?
ਨਹੀਂ, ਗਾਇਕ ਦੀ ਕੋਈ ਮਜਬੂਰੀ ਨਹੀਂ ਹੁੰਦੀ। ਮੈਂ ਤਾਂ ਬਾਈ ਜੀ ਖੁਦ ਗੀਤਕਾਰ ਹੀ ਹਾਂ। ਮੈਂ ਤਾਂ ਆਪਣੇ ਲਿਖੇ ਗੀਤ ਹੀ ਗਾਉਣਾ, ਕਿਉਂਕਿ ਮੈਂ ਬਾਹਰਲੇ ਸਿੰਗਰਸ ਲਈ ਵੀ ਲਿਖੇ ਨੇ। ਅਤੇ ਤੁਸੀਂ ਜਦੋਂ ਮਾਰਕੀਟ ਨੂੰ ਵੇਖ ਕੇ ਲਿਖੋਗੇ ਤਾਂ ਫਿਰ ਤੁਸੀਂ ਚੰਗਾ ਨਹੀਂ ਲਿਖ ਸਕੋਗੇ। ਜੋ ਤੁਸੀਂ ਸਮਾਜ ਨੂੰ ਅਤੇ ਆਪਣੇ ਅੰਦਰ ਝਾਤ ਮਾਰ ਕੇ ਲਿਖੋਗੇ, ਉਦੋਂ ਦੋਨਾਂ ਚੀਜ਼ਾਂ ਦਾ ਰਲੇਵਾਂ ਕਰਕੇ ਉਹਦਾ ਕਮਰਸ਼ੀਅਲ ਪੱਖ ਵੀ ਦਿਮਾਗ 'ਚ ਰੱਖ ਕੇ ਫਿਰ ਇੱਕ ਚੰਗੀ ਚੀਜ਼ ਉਪਜਦੀ ਹੈ। ਫਿਰ ਉਹ ਚਿਰਸ ਦੀ ਵੀ ਜਿਹੜੀਆਂ ਚੀਜ਼ਾਂ ਹੁੰਦੀਆਂ ਬਹੁਤ ਲੰਬਾ ਸਮਾਂ ਚੱਲਦੀਆਂ ਨੇ, ਉਹ ਚੀਜ਼ਾਂ ਉਪਜਦੀਆਂ ਨੇ। ਜਦੋਂ ਤੁਸੀਂ ਟੋਟਲੀ ਇਹ ਸੋਚਦੇ ਆ ਕਿ ਸਿਰਫ ਆਪਾਂ 12-13 ਸਾਲ ਦੇ ਬੱਚਿਆਂ ਤੋਂ ਲੈ ਕੇ 21-22 ਸਾਲ ਤੱਕ ਜਿਹੜੇ ਬਿਲਕੁਲ ਗਰੋ ਹੋ ਰਹੇ ਆ, ਉਹਨਾਂ ਨੂੰ ਸੁਣਾਉਣਾ ਗਾਣਾ, ਤਾਂ ਫਿਰ ਉਹ ਗਾਣੇ ਜਦੋਂ ਬਣਦੀ ਉਸ ਹਿਸਾਬ ਨਾਲ ਸਮਾਜ ਸਮੂਜ ਬਾਰੇ ਤਾਂ ਸੋਚਣ ਵਾਲੀ ਗੱਲ ਰਹਿ ਨਹੀਂ। ਕਹਿਣਾ ਨਹੀਂ ਚਾਹੀਦਾ, ਲਫ਼ਜ਼ ਭਰੇ ਜਾਂਦੇ ਨੇ, ਟੋਟਾ ਪੁਰਜਾ, ਫਲਾਨੇ ਨਾਲ ਤੁਰੀ ਜਾਂਦੀ, ਤੂੰ ਨਿਕਲ ਗਈ ਹੈ ਨਾ, ਤੇਰਾ ਟੈਂਟ ਪਾੜ ਦੂੰ, ਤੇਰੀ ਚਾਦਰ ਪਾੜ, ਤੇਰੇ ਇੱਦਾਂ ਦੀਆਂ ਹੈ ਨਾ ਜਿਹੜੀਆਂ ਗੱਲਾਂ, ਇਹ ਕਿਵੇਂ ਯਾਰ ਲੋਕ, ਮੈਂ ਵੈਸੇ ਤੁਹਾਨੂੰ ਪਰਸਨਲੀ ਪੁੱਛ ਰਿਹਾ ਵੀ ਯਾਰ ਅੱਖਾਂ ਦੇ ਸਾਹਮਣੇ ਆਪਦੀ ਧੀ ਭੈਣ ਨਹੀਂ ਆਉਂਦੀ, ਮਾਂ ਨਹੀਂ ਆਉਂਦੀ ਲਿਖਣ ਲੱਗੇ। ਮੈਂ ਕਹਿੰਦਾ ਵੀ ਤੁਹਾਡਾ ਗਾਣਾ ਨਾ ਜਿਹੜਾ ਜੇ ਤੁਸੀਂ ਬਣਾਉਂਦੇ ਹੋ, ਤੁਸੀਂ ਘਰੇ ਬਹਿ ਕੇ ਵਿਖਾ ਸਕਦੇ ਹੋ। ਪਹਿਲਾਂ ਸਾਰਾ ਮੰਨ ਲਓ ਵੀਡੀਓ ਹੋ ਗਿਆ ਗੀਤ ਦਾ, ਤੁਸੀਂ LCD 'ਤੇ ਸਕਰੀਨ 'ਤੇ ਲਾ ਕੇ ਪਹਿਲਾਂ ਸਾਰੇ ਪਰਿਵਾਰ ਨੂੰ ਵਿਖਾ ਸਕਦੇ ਹੋ ਵੀ ਆ ਮੇਰਾ ਨਵਾਂ ਗੀਤ ਰਿਲੀਜ਼ ਹੋਣ ਲੱਗਿਆ। ਅਤੇ ਬਸ ਫਿਰ ਉਹ ਸੈਂਸਰ ਹੀ ਇੱਕ ਤਰ੍ਹਾਂ ਦਾ। ਅੱਜ ਦੇ ਸਮੇਂ ਦੇ ਵਿੱਚ ਕਿਹੜਾ ਵਧੀਆ ਗੀਤਕਾਰ ਮੰਨਦੇ ਹੋ? ਗਾਇਕ ਦੀ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਨਹੀਂ, ਗੀਤਕਾਰੀ ਬਹੁਤ ਅੱਛੀ ਹੋ ਰਹੀ ਹੈ ਸਾਰੇ ਪੱਖਾਂ ਤੋਂ। ਕਮਰਸ਼ੀਅਲ ਐਂਗਲ ਤੋਂ ਤਾਂ ਸਾਰੇ ਜਾਣੇ ਬਹੁਤ ਵਧੀਆ ਲਿਖ ਰਹੇ ਹੈ। ਅਤੇ ਹਰਮਨ ਮੁੰਡਾ ਮਾਨਸਾ ਤੋਂ, ਅਤੇ ਤੂੰ ਲੌਂਗ ਵੇ ਮੈਂ ਲਾਚੀ, ਜਿਨ੍ਹਾਂ ਦਾ ਗਾਣਾ ਵੈਸੇ ਉਹ ਕਵਿਤਾਵਾਂ ਲਿਖਦੇ ਨੇ, ਉਹ ਬਹੁਤ ਸੋਹਣਾ ਲਿਖ ਰਹੇ। ਹੋਰ ਬਹੁਤ ਸਾਰੇ ਦੋਸਤ ਮਿੱਤਰ ਜਿਹੜੇ ਅੱਛਾ ਲਿਖ ਰਹੇ ਨੇ। ਜਿਵੇਂ ਪ੍ਰਗਟ ਸਿੰਘ ਜੀ ਨਹੀਂ ਰਹੇ ਹੈਗੇ, ਉਹ ਬਹੁਤ ਸੋਹਣੇ ਗੀਤਕਾਰ ਜਿਹੜੇ ਸਨ। ਬਿਲਕੁਲ ਪੁਰਾਣੇ, ਹਾਂ। ਪ੍ਰਗਟ ਸਿੰਘ ਜੀ ਬਹੁਤ ਵਧੀਆ ਸੀ ਸ਼ੁਰੂ ਤੋਂ। ਜਿਹੜੇ ਬਾਬਾ ਬੋੜ ਨੇ, ਬਾਊ ਸਿੰਘ ਮਾਨ ਸਾਹਿਬ, ਉਹਨਾਂ ਨੇ ਤਾਂ ਹਮੇਸ਼ਾ ਹੀ ਬੜਾ ਲੰਬਾ ਸਮਾਂ ਲਿਖਿਆ। ਇੰਨਾ ਸਮਾਂ ਲਿਖਣਾ ਬਹੁਤ ਔਖਾ ਹੁੰਦਾ। ਸੋ ਗੀਤਕਾਰੀ ਦਾ ਤਾਂ ਬਹੁਤ ਦਾਇਰਾ ਵਿਸ਼ਾਲ ਆ। ਬਹੁਤ ਸਾਰੇ ਜਿਹੜੇ ਸੱਜਣ ਮਿੱਤਰ ਬਹੁਤ ਵਧੀਆ ਲਿਖ ਰਹੇ ਆ। ਗਾਇਕ ਕਿਹੜੇ ਨੇ ਜਿਹੜੇ ਲੋਕਾਂ ਦੀ ਮਨ ਨੂੰ ਜਿਹੜੇ ਟੁੰਮਦੇ ਨੇ? ਜੇ ਆਪਾਂ ਕਹਿ ਰਹੀਏ ਵੀ ਜਿਹਨੂੰ ਕਿਹਾ ਜਾਂਦਾ ਵੀ ਇਹਦੇ ਗੀਤ ਜਿਹੜੇ ਗਾਏ ਹੋਏ ਨੇ ਉਹ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਵੀ ਸੁਣ ਸਕਦੇ ਹਾਂ। ਇਹ ਗੱਲ ਨਹੀਂ ਹੁੰਦੀ ਬਾਈ ਜੀ। ਗੱਲ ਇਹ ਹੈ ਕਿ ਕਈ ਜਗ੍ਹਾ ਤਾਂ ਆਪਾਂ ਪਰਿਵਾਰ 'ਚ ਹੁੰਦੇ, ਕਈ ਜਗ੍ਹਾ ਆਪਾਂ ਜਿਵੇਂ ਕਿਤੇ ਵਿਆਹ ਸ਼ਾਦੀ ਦੇ ਫੰਕਸ਼ਨ DJ 'ਤੇ ਹੁੰਦੇ, ਕਈ ਜਗ੍ਹਾ ਟਰੈਕਟਰ 'ਤੇ ਕੋਈ ਹੁੰਦਾ ਜਾਂ ਗੱਡੀ। ਉਹ ਹਰ ਇੱਕ ਮਾਹੌਲ ਹੈ, ਇੱਕ ਕੈਟਾਗਰੀ ਹੈ ਵੀ ਸਰੋਤਿਆਂ ਦੀ ਵੀ। ਕੁਛ ਲੋਕ ਮਿਊਜ਼ਿਕ ਨੂੰ ਬਹੁਤ ਸ਼ਾਂਤ ਮਿਊਜ਼ਿਕ ਸੁਣਨਾ ਪਸੰਦ ਕਰਦੇ ਆ, ਜਿਵੇਂ ਗੱਡੀ ਵਿੱਚ ਜਾਂਦੇ ਬਿਲਕੁਲ ਪੀਸਫੁਲ ਮੈਲੋਡੀਅਸ ਸ਼ਾਂਤ ਗਾਣੇ। ਕੁਛ ਐਨਰਜੈਟਿਕ ਗਾਣੇ ਵੀ ਥੋੜ੍ਹਾ ਜਿਹਾ ਬੇਸ ਵੱਜੇ ਗੱਡੀ 'ਚੋਂ ਫੁੱਲ ਹੈ ਆਵਾਜ਼ ਕਰਕੇ। ਉਹ ਇੱਕ ਉਮਰ ਦੇ ਤਕਾਜ਼ੇ ਨੇ। ਉਹ ਕਈ ਕੈਟਾਗਰੀਆਂ ਨੇ। ਦੇਖੋ ਚੱਲੀ ਸਾਰੇ ਸਿੰਗਰ ਹੀ ਜਾਂਦੇ ਆ ਗਾਣੇ, ਸਰਤਾਜ ਦੇ ਵੀ ਚੱਲੀ ਜਾਂਦੇ ਆ ਗਾਣੇ, ਜਿਹੜੇ ਦੂਜੇ ਚੱਕਵੇਂ ਗੀਤ ਆਉਂਦੇ ਉਹ ਵੀ ਚੱਲੀ ਜਾਂਦੇ ਆ। ਜਿਹੜੇ ਸਾਡੇ ਵਰਗੇ ਡਿਊਟ ਵੀ ਗਾਉਂਦੇ ਆ, ਸੋਲੋ ਲੋਕ ਤੱਥ ਗਾਉਂਦੇ ਆ, ਸਾਡੇ ਵੀ ਪ੍ਰੋਗਰਾਮ ਲੱਗੀ ਜਾਂਦੇ, ਅਸੀਂ ਵੀ ਆਪਦੀ ਰੋਜ਼ੀ ਰੋਟੀ ਦਾ ਕਰੀ ਜਾਂਦੇ। ਸੋ ਕੈਟਾਗਰੀ ਹਰ ਤਰ੍ਹਾਂ ਦੀ ਹੈ। ਉਹ ਇਹ ਵੀ ਤੁਸੀਂ ਕਿਹੜੀ ਕੈਟਾਗਰੀ ਨੂੰ ਟਾਰਗੇਟ ਕਰਕੇ ਲਿਖਦੇ ਹੋ, ਕਿਹਨੂੰ ਟੱਚ ਕਰਦੇ ਹੋ, ਉਹ ਤੁਹਾਡੇ 'ਤੇ ਡਿਪੈਂਡ ਕਰਦਾ। ਇਹ ਚੀਜ਼ਾਂ ਦੇ ਨਾਲ ਨੌਜਵਾਨ ਵੀ ਵੰਡੇ ਜਾਂਦੇ ਨੇ। ਫੇਸਬੁੱਕ ਦੇ ਉੱਪਰ ਬੜੇ ਕਮੈਂਟ ਆਉਂਦੇ ਨੇ, ਲੜਦੇ ਨੇ। ਕਈ ਜਗ੍ਹਾ 'ਤੇ ਵੈਸੇ ਲੜਾਈਆਂ ਹੋ ਗਈਆਂ, ਤੂੰ ਬਈ ਫਲਾਨੇ ਟਕੂਆਂ ਵਾਲੇ, ਡਾਂਗਾਂ ਵਾਲੇ, ਰਫਲਾਂ ਵਾਲੇ ਗਾਣੇ ਗਾਉਣਾ, ਤੇ ਦੂਜੇ ਕਹਿੰਦਾ ਮੈਂ ਆਸ਼ਕ ਮਸ਼ੂਕੀ ਨੂੰ ਪਸੰਦ ਕਰਦਾ। ਆਪਸ ਵਿੱਚ ਹੀ ਯਾਰ ਫਿਰ ਲੋਕ ਕਿਉਂ ਇੱਦਾਂ ਵੰਡੇ ਜਾਂਦੇ ਨੇ? ਉਹਦੇ ਮੇਨ ਕਾਰਨ ਬਾਈ ਜੀ ਇਹ ਹੈ ਕਿ ਜਿਹੜੀ ਸਾਡੀ ਐਜੂਕੇਸ਼ਨ ਹੈ ਨਾ, ਉਹ ਚੇਂਜ ਹੋ ਗਈ। ਹੁਣ ਤੁਸੀਂ ਦੇਖੋਗੇ ਵੀ ਟੈਕਨੀਕਲ ਪੜ੍ਹਾਈਆਂ ਸ਼ੁਰੂ ਹੋ ਗਈਆਂ। ਹੁਣ ਪੰਜਾਬੀ ਲਿਟਰੇਚਰ ਨਾਲ BA ਕੋਈ ਜਣਾ ਕਰਦਾ ਤੁਸੀਂ ਨਹੀਂ ਵੇਖਿਆ ਹੋਊਗਾ। ਜਦੋਂ ਪੰਜਾਬੀ ਕਿਤਾਬਾਂ ਹੀ ਨਹੀਂ ਪੜ੍ਹੀਆਂ, ਕਿਉਂਕਿ ਕਿਤਾਬਾਂ ਦੇ ਵਿੱਚ ਹੀ ਅਸੀਂ ਉਹ ਸਟੋਰੀਆਂ, ਆਪਦਾ ਕਲਚਰ, ਆਪਣੇ ਪੁਰਾਣੇ ਨਾਵਲਸ ਜਾਂ ਜਿਹੜੀਆਂ ਸਟੋਰੀਆਂ, ਸਾਡਾ ਕੀ ਪੁਰਾਤਨ ਸਾਡਾ ਸੀ ਇਤਿਹਾਸ ਕੀ ਸੀਗਾ, ਉਹ ਅਸੀਂ ਜਦੋਂ ਪੜ੍ਹਿਆ ਹੋਊਗਾ ਤਾਂ ਫਿਰ ਸਾਡੇ ਅੰਦਰ ਹੀ ਉੱਦਾਂ ਦਾ ਸੁਣਨ ਦੀ ਕੋਈ ਚਿਣਗ ਲੱਗੂਗੀ ਨਾ। ਜਦੋਂ ਉਹ ਚੀਜ਼ ਤੋਂ ਤਾਂ ਅਸੀਂ ਵਾਂਝੇ ਹੋ ਗਏ। ਹੁਣ ਤੁਸੀਂ ਵੇਖੋ ਪੰਜਾਬੀ ਭਾਸ਼ਾ ਦਾ ਬੁਰਾ ਹਾਲ ਹੈ। ਜਿਹੜੇ ਬੰਦੇ ਟਾਈਪ ਵੀ ਕਰਦੇ ਨੇ, ਟਾਈਪ ਕਰਕੇ ਕੋਈ ਫੇਸਬੁੱਕ 'ਤੇ ਵੀ ਟਾਈਪ ਕਰਦੇ ਹੋ, ਕਿੰਨੀਆਂ ਗਲਤੀਆਂ ਹੁੰਦੀਆਂ। ਔਰ ਈਵਨ ਜਿਹੜੀਆਂ ਮਾਫ਼ ਕਰਨਾ, ਕਈ ਮੀਡੀਆ ਦੇ ਵਿੱਚ ਵੀ ਸੱਜਣ ਵੇਲੀ, ਜਦੋਂ ਤੁਸੀਂ ਬਹੁਤ ਸਹੀ ਸ਼ੁੱਧ ਬੋਲ ਰਹੇ ਹੋ, ਅਤੇ ਜਿਹੜੀ ਪੰਜਾਬੀ ਆ ਉਹਦੇ ਵਿੱਚ ਵੀ ਹਿੰਦੀ ਦਾ ਅਤੇ ਅੰਗਰੇਜ਼ੀ ਦਾ ਅਤੇ ਹੋਰ ਰਲ ਗੱਡ, ਅਤੇ ਪੰਜਾਬੀ ਵੀ ਇੱਕ ਚਲਮੀ ਜੀ ਪੰਜਾਬੀ ਜਿਹੜੀ ਬੋਲੀ ਜਾਂਦੀ ਹੈ। ਉਹਦਾ ਮੇਨ ਕਾਰਨ ਇਹ ਹੈ ਕਿ ਸਾਡੀ ਪੜ੍ਹਾਈ, ਜਿਹੜੀ ਐਜੂਕੇਸ਼ਨ ਬਦਲ ਗਈ। ਜਿਹੜੀ ਪੰਜਾਬੀ ਸੀ ਉਹ ਰੁਜ਼ਗਾਰ ਦੀ ਭਾਸ਼ਾ ਬਣਨੀ ਚਾਹੀਦੀ ਸੀ। ਫਿਰ ਗੱਲ ਉੱਥੇ ਆ ਗਈ ਸਰਕਾਰਾਂ 'ਤੇ। ਇਹਨੂੰ ਰੁਜ਼ਗਾਰ ਦੀ ਭਾਸ਼ਾ ਨਹੀਂ ਅੱਜ ਕੋਈ ਪੰਜਾਬੀ ਦੇ MA ਬੰਦਾ ਕਰੇ, ਉਹਨੂੰ ਕੱਲ੍ਹ ਨੂੰ ਇਹ ਹੋਵੇ ਕਿ ਮੈਨੂੰ 50,000 ਰੁਪਇਆ, 60,000 ਰੁਪਇਆ, 70,000 ਰੁਪਇਆ ਮਹੀਨੇ ਪੰਜਾਬੀ ਦੀ MA ਕਰਨ ਤੋਂ ਪਿੱਛੋਂ ਨੌਕਰੀ ਮਿਲੂਗੀ। ਇੱਥੇ ਪੰਜਾਬੀ ਦੀ MA ਕਰਨ ਵਾਲਿਆਂ ਦੀਆਂ ਲਾਈਨਾਂ ਲੱਗ ਜਾਣ। ਅਤੇ ਸਾਡੇ ਤਾਂ ਪੰਜਾਬੀ ਦੇ ਇੰਨੇ ਮਤਲਬ ਜਿਹੜੇ ਨੌਜਵਾਨ ਫਿਰਦੇ ਆ, MA PhDਆਂ ਕਰੀ ਫਿਰਦੇ ਆ, ਅਤੇ ਪੋਸਟਾਂ ਵਿਹਲੀਆਂ ਪਈਆਂ, ਕੋਈ ਰੱਖਦਾ ਨਹੀਂ ਗਾ। ਸੋ ਜਿੰਨੀ ਦੇਰ ਪੰਜਾਬੀ ਭਾਸ਼ਾ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਦੀ, ਉਹਦੇ ਤੋਂ ਅਰਨਿੰਗ ਨਹੀਂ ਆਉਂਦੀ। ਪੰਜਾਬੀ ਪੜ੍ਹਨਾ ਜਦੋਂ ਅਰਨਿੰਗ ਆਉਣ ਲੱਗ ਗਈ, ਉਦੋਂ ਪੰਜਾਬੀ ਪ੍ਰਫੁੱਲਤ ਹੋਊਗੀ, ਉਦੋਂ ਸਾਡਾ ਲਿਟਰੇਚਰ ਪੜ੍ਹਿਆ ਜਾਊਗਾ, ਉਦੋਂ ਸਾਡੇ ਗੀਤ ਬਦਲਣਗੇ। ਇੱਕ ਗਾਇਕਾਂ 'ਤੇ ਇਹ ਵੀ ਇਲਜ਼ਾਮ ਲੱਗਦਾ ਹੈ ਵੀ ਜਿਹੜੇ ਗੀਤਕਾਰ ਨੇ ਉਹਨਾਂ ਨੂੰ ਬਣਦਾ ਜਿਹੜਾ ਹੈਗਾ, ਉਹ ਆਪਾਂ ਪੈਸੇ ਕਹਿ ਸਕਦੇ ਹਾਂ ਵੀ ਨਹੀਂ ਦੇ ਰਹੇ, ਹੈ ਨਾ, ਬਣਦਾ ਸਤਿਕਾਰ ਵੀ ਨਹੀਂ ਦੇ ਰਹੇ ਜਿਹੜੇ ਗਾਇਕ ਨੇ। ਇਸ ਕਰਕੇ ਕਈ ਜਿਹੜੇ ਗੀਤਕਾਰ ਨੇ ਉਹ ਗਾਇਕੀ ਵਿੱਚ ਤਬਦੀਲ ਹੋ ਗਏ, ਉਹ ਆਪ ਗਾਇਕ ਬਣ ਗਏ।
ਨਹੀਂ ਹੁਣ ਨਹੀਂ ਇਹ ਗੱਲ ਰਹੀ, ਪਹਿਲਾਂ ਵਿੱਚ ਸ਼ੋਸ਼ਣ ਗੀਤਕਾਰਾਂ ਦਾ ਬਹੁਤ ਹੁੰਦਾ ਰਿਹਾ, ਗੀਤਕਾਰਾਂ ਨੂੰ ਪੈਸੇ ਨਹੀਂ ਮਿਲਦੇ ਰਹੇ, ਪਰ ਮੈਂ ਤਾਂ ਕਹਿੰਦਾ ਅੜਕੇ ਜਿਹਦੇ ਗੀਤ ਰਿਕਾਰਡ ਜਿਹਦੀ ਡਿਮਾਂਡ ਹੈ ਤੇ ਉਹ ਪੈਸੇ ਲੈਣ। ਔਰ ਸਾਡੇ ਹੁਣ ਮੇਰੇ ਬਹੁਤ ਮਿੱਤਰ ਜਿਹੜੇ ਇਕੱਲੇ ਗੀਤਕਾਰ ਨੇ, ਕਿਉਂਕਿ ਮੈਂ ਤਾਂ ਖੁਦ ਲਿਖਦਾ, ਮੈਂ ਬਾਹਰੋਂ ਬਹੁਤ ਘੱਟ ਗੀਤ ਗਾਏ ਆ, ਤੇ ਉਹ ਗੀਤ ਪੈਸੇ ਠੋਕ ਕੇ ਲੈਂਦੇ, ਉਹ ਕਹਿੰਦੇ ਬਾਈ ਵੀ ਇੰਨੇ ਪੈਸੇ ਲਵਾਂਗੇ ਫਿਰ ਗਾਣਾ ਦੇਵਾਂਗੇ, ਤੇ ਲੈਣੇ ਵੀ ਚਾਹੀਦੇ ਆ, ਕਿਉਂਕਿ ਗੀਤਕਾਰ ਹੀ ਹੈ ਨਾ ਮੇਨ ਤਾਂ ਜਿਹੜੀ ਨੀਂਹ ਹੈ ਉਹ ਤਾਂ ਗੀਤ ਹੈ। ਕਈ ਵਾਰ ਇੱਕ ਚੋਰੀ ਦੀ ਗੱਲ ਵੀ ਆ ਜਾਂਦੀ ਹੈ ਵੀ ਗੀਤ ਨੇ ਜਿਹੜੇ ਉਹ ਚੋਰੀ ਕੀਤੇ ਜਾਂਦੇ ਨੇ, ਜਿਵੇਂ ਪਿੱਛੇ ਜੇ ਤੁਹਾਡੇ ਤੇ ਵੀ ਇਹ ਚੀਜ਼ ਆਇਆ ਚੋਰੀ ਦਾ, ਉਹ ਸਾਨੂੰ ਜ਼ਰੂਰ ਦੱਸੋ ਵੀ ਕੀ ਘਟਨਾ ਸੀ ਉਹ ਸਾਰੀ ਵਿਸਤਾਰ 'ਚ। ਉਹ ਕੁਛ ਨਹੀਂ, ਉਹ ਮੇਰੇ ਤੇ ਬਲਕਿ ਮੇਰਾ ਇੱਕ ਗੀਤ ਆਇਆ ਸੀਗਾ ਬਹੁਤ ਚਿਰ ਪਹਿਲਾਂ, ਜਦੋਂ ਸਟਾਰਟਿੰਗ ਸੀ, ਮੈਂ ਕਾਲਜ ਟਾਈਮ ਤੋਂ ਕੀਤਾ ਸ਼ੁਰੂ, ਉਹ ਸੁਦੇਸ਼ ਕੁਮਾਰੀ ਨਾਲ ਦੁਗਾਣਾ ਸੀਗਾ, ਉਹ ਸੀਗਾ ਬੈਲੈਂਸ ਮੋਬਾਈਲ ਵਿੱਚ ਫੁੱਲ ਰੱਖੀ ਦਾ ਸ਼ੌਂਕ ਨਾ ਬੁਲਟ ਉੱਤੇ ਗੇੜਾ ਲਾਈਦਾ, ਉਹ ਕਾਲਜ ਟਾਈਮ ਦੀਆਂ ਗੱਲਾਂ। 4 ਦਿਨ ਲੁੱਟੇ ਨਾ ਨਜ਼ਾਰੇ ਬੱਲੀਏ ਫੇਰ ਦੱਸ ਫਾਇਦਾ ਕੀ ਜਵਾਨੀ ਆਈ ਦਾ, ਉਹ ਹੁਣ ਅੱਜ ਕੱਲ੍ਹ ਇੱਕ ਗੀਤ ਚੱਲ ਰਿਹਾ, ਫੇਰ ਦੱਸ ਫਾਇਦਾ ਕੀ ਹੈ ਜੱਟ ਤੇ ਜਵਾਨੀ ਆਈ, ਉਹ ਸੇਮ ਲਾਈਨ ਹੀ ਸੀ। ਉਹ ਚਲੋ ਕੋਈ ਗੱਲ ਨਹੀਂ, ਕਈ ਵਾਰੀ ਰਲ ਜਾਂਦੀ, ਕੋਈ ਮੈਂ ਉਸ ਸੰਬੰਧ ਦੇ ਵਿੱਚ ਬਹੁਤਾ ਨਹੀਂ, ਮੈਨੂੰ ਕਦੇ ਵੀ ਨਹੀਂ ਐਂ ਲੱਗਿਆਗਾ। ਉਹ ਵੀ ਸਾਰੇ ਆਪਦੇ ਮਿੱਤਰ ਪਿਆਰੇ ਆ, ਕਿਤੇ ਹੋਰ ਮੈਂ ਬਥੇਰਾ ਕੁਛ ਲਿਖਣਾ, ਉਹਨਾਂ ਨੇ ਬਥੇਰਾ ਕੁਛ ਲਿਖਣਾ, ਵਧੀਆ ਗੱਲ ਹੈ। ਕੰਮ ਗੱਲ ਅੱਗੇ ਵਧੀ ਤੇ ਨਹੀਂ, ਜ਼ਿਆਦਾ ਤੇ ਨਹੀਂ ਕੋਈ ਪ੍ਰੋਬਲਮ ਇਹੋ ਜਿਹੀ ਪ੍ਰੋਬਲਮ ਕ੍ਰੀਏਟਿੰਗ ਵਾਲੇ ਬੰਦੇ ਹੀ ਨਹੀਂਗੇ ਆਪਾਂ ਤਾਂ, ਵੈਸੇ ਹੀ ਜਨਰਲੀ ਮੈਂ ਤਾਂ ਉਹ ਤਾਂ ਮੈਥੋਂ ਐਂ ਵੀ ਹੋ ਗਿਆ, ਮੈਂ ਐਵੇਂ ਆਪਦੇ ਫੇਸਬੁੱਕ ਪੇਜ ਤੇ ਇੱਕ ਦਿਨ ਬੈਠਾ ਪਾ ਬੈਠਾ, ਤੇ ਉਦੋਂ ਪਿੱਛੋਂ ਚਲੋ ਤੁਹਾਡੇ ਵਰਗੇ ਵੀਰ ਕੋਈ ਚੈਨਲ ਵਾਲੇ ਆ ਗਏ, ਫਿਰ ਉਹ ਐਂ ਗੱਲ ਅੱਗੇ ਨਿਕਲ ਜਾਂਦੀ, ਅਦਰਵਾਈਜ਼ ਮੈਂ ਕਦੇ ਜਿਤਾਇਆ ਹੀ ਨਹੀਂਗਾ। ਮੇਰੇ ਹੋਰ ਬਹੁਤ ਗੀਤ ਵੀ ਪਹਿਲਾਂ ਗਏ ਹੋਏ ਆ ਇੱਦਾਂ। ਪਰਿਵਾਰ ਵੱਲੋਂ ਕਿੰਨਾ ਕੁ ਸਹਿਯੋਗ ਮਿਲਦਾ? ਕਹਿੰਦੇ ਨੇ ਬੱਚੇ, ਕਹਿੰਦੇ ਨੇ ਵੀ ਬੱਚੇ ਹੋਣਗੇ ਵਿਆਹੇ ਹੋਏ ਹੋ ਜੀ, ਬੱਚੇ ਕਹਿੰਦੇ ਹੋਣਗੇ ਪਾਪਾ ਤੂੰ ਵਧੀਆ ਗਾਉਣਾ, ਹੌਸਲਾ ਮਿਲਦਾ? ਹਾਂ ਮਿਲਦਾ ਹੈ ਬਿਲਕੁਲ, ਬੱਚੇ ਆਪਦਾ ਪਰਿਵਾਰ ਜਾਂ ਦੋਸਤ ਮਿੱਤਰ, ਕਿਉਂਕਿ ਬਾਈ ਜੀ ਗੱਲ ਇਹ ਹੈ ਕਿ ਤੁਹਾਨੂੰ ਫੈਮਿਲੀ 'ਚ ਸੰਸਕਾਰ ਕਿਹੋ ਜਿਹੇ ਮਿਲੇ, ਤੁਹਾਡੀ ਐਜੂਕੇਸ਼ਨ ਕਿਹੋ ਜਿਹੀ ਹੈ, ਤੁਸੀਂ ਤੁਹਾਡੀ ਫੈਮਿਲੀ ਬੈਕਗਰਾਊਂਡ ਕੀ ਹੈ, ਤੁਹਾਡੇ ਗੀਤ ਵੀ ਉਹੋ ਜਿਹੇ ਹੋਣਗੇ। ਤੁਸੀਂ ਕਿਸੇ ਸਿੰਗਰ ਦਾ ਜਾਂ ਰਾਈਟਰ ਦਾ ਜਦੋਂ ਪਿਛੋਕੜ ਫਰੋਲੋਗੇ ਨਾ, ਉਹਦੀ ਐਜੂਕੇਸ਼ਨ, ਉਹ ਸਾਰਾ ਕੁਝ ਮੈਟਰ ਕਰਦਾ, ਉਹਦੇ ਗੀਤ ਉੱਦਾਂ ਦੇ ਹੋਣੇ। ਬਹੁਤ ਸਾਰੇ ਗੀਤਕਾਰ ਬਹੁਤ ਕ੍ਰੀਏਟਿਵ ਬੰਦੇ ਸੀਗੇ, ਤੇ ਪਰ ਉਹਨਾਂ ਕੋਲ ਐਜੂਕੇਸ਼ਨ ਹੈ ਨਹੀਂ ਸੀ, ਉਹਨਾਂ ਨੇ ਫਿਰ ਬਹੁਤ ਮਾੜਾ ਲਿਖਿਆ ਤੇ ਉਹਦੇ ਰਿਜ਼ਲਟ ਬਹੁਤ ਮਾੜੇ ਆਏ। ਅਖੀਰ ਦੇ ਵਿੱਚ ਚੰਗਾ ਲਿਖਣ ਵਾਲਿਆਂ ਨੂੰ ਤੇ ਚੰਗਾ ਗਾਉਣ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਨਾਲ ਹੀ ਜਿਹੜਾ ਚੰਗਾ ਨਹੀਂ ਲਿਖਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਦੋਏ ਪੱਖ ਸਾਹਮਣੇ ਰੱਖੋ। ਨਹੀਂ, ਮੈਂ ਤਾਂ ਬਾਈ ਜੀ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ। ਮੈਂ ਤਾਂ ਸਿਰਫ ਇੰਨੀ ਗੱਲ ਜ਼ਰੂਰ ਕਹੂੰਗਾ ਵੀ ਕਦੇ ਨਾ ਕਦੇ ਟਾਈਮ ਕੱਢ ਕੇ ਕਿਤਾਬਾਂ ਜ਼ਰੂਰ ਪੜ੍ਹ ਲੈਣੀਆਂ ਚਾਹੀਦੀਆਂ, ਕਿਉਂਕਿ ਕਿਤਾਬਾਂ ਸਾਡੀਆਂ ਸਭ ਤੋਂ ਅੱਛੀਆਂ ਦੋਸਤ ਹੈ। ਬੰਦੇ ਦੇ ਵਿੱਚ ਜਿਹੜਾ ਠਹਿਰਾਓ ਆਉਂਦਾ ਉਹ ਕਿਤਾਬਾਂ ਪੜ੍ਹਨਾ ਹੀ ਆਉਂਦਾ। ਸਭ ਤੋਂ ਵੱਧ ਜਿਹੜੀ ਭਟਕਣਾ ਹੈ, ਆਹ ਦੇਖੋ ਹੁਣ ਆਪਣੇ ਇੰਟਰਵਿਊ ਕਰਦੇ 3-4 ਕਾਲਾਂ ਵਿੱਚ ਆ ਗਈਆਂ, ਹੈ ਨਾ। ਸਭ ਤੋਂ ਵੱਡੀ ਡਿਸਟਰਬੈਂਸ ਅੱਜ ਕੱਲ੍ਹ ਫੋਨ ਹੈ, ਪਰ ਇਹਨੂੰ ਬੰਦ ਕਰਕੇ ਕਿਤੇ ਤੁਸੀਂ ਕਿਤਾਬਾਂ ਲਿਟਰੇਚਰ ਪੜ੍ਹੋਗੇ ਤਾਂ ਥੋੜ੍ਹਾ ਜਿਹਾ ਅਸੀਂ ਸਾਹਿਤਾ ਨਾਲ ਉਸ ਚੀਜ਼ ਨਾਲ ਜੁੜਾਂਗੇ ਤਾਂ ਅੰਦਰੋਂ ਬਹੁਤ ਖੂਬਸੂਰਤ ਗੀਤ ਨਿਕਲਣਗੇ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਗੁਰਵਿੰਦਰ ਬਰਾੜ ਜੀ, ਚੰਗਾ ਗਾਉਂਦੇ ਨੇ, ਚੰਗਾ ਲਿਖਦੇ ਨੇ, ਕਹਿੰਦੇ ਮੈਂ ਆਪ ਲਿਖਦਾ। ਤੇ ਇਹਨਾਂ ਦਾ ਇੱਕ ਬੜਾ ਸੋਹਣੀ ਇਹਨਾਂ ਨੇ ਗੱਲ ਆਖੀ ਹੈ ਵੀ ਹਾਂ ਜਿੱਦਾਂ ਦਾ ਪੜ੍ਹਾਂਗੇ ਉੱਦਾਂ ਦਾ ਹੀ ਬੰਦੇ ਦਾ ਸੁਭਾਅ ਬਣੇਗਾ। ਸਾਡੇ 'ਚ ਕਮੀਆਂ ਨੇ, ਅਸੀਂ ਚੰਗੀਆਂ ਕਿਤਾਬਾਂ ਨਹੀਂ ਪੜ੍ਹਦੇ, ਚੰਗੀਆਂ ਕਿਤਾਬਾਂ ਪੜ੍ਹੀਏ ਤੇ ਉਸ ਦੇ ਆਧਾਰ ਦੇ ਉੱਪਰ ਸਾਡਾ ਆਟੋਮੈਟਿਕਲੀ ਜਿਹੜਾ ਉਹ ਸੁਭਾਅ ਬਣੇਗਾ ਤੇ ਸਾਡੇ ਜਿਹੜੇ ਗੀਤ ਹੋਣਗੇ, ਚਾਹੇ ਅਸੀਂ ਲਿਖਾਂਗੇ ਚਾਹੇ ਗਾਵਾਂਗੇ, ਜਦ ਸੁਭਾਅ ਚੇਂਜ ਹੋ ਗਿਆ ਤਾਂ ਆਟੋਮੈਟਿਕ ਹੀ ਜਿਹੜਾ ਹੈਗਾ ਉੱਦਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਮਾਜ ਦੇ ਵਿੱਚ ਪਰੋਸ ਸਕਦੇ ਹਾਂ। ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ, ਸੁਰਖਾਬ ਟੀਵੀ ਤੋਂ।